ਦੋਸਤੋ ਜਸ ਪੰਜਾਬੀ ਦੇ ਇਸ ਪ੍ਰੋਗਰਾਮ 'ਚ ਆਪ ਜੀ ਦਾ ਨਿੱਘਾ ਸਵਾਗਤ ਹੈਗਾ। ਕਹਿੰਦੇ ਨੇ ਵੈਲਥ ਇਜ਼ ਹੈਲਥ, ਯਾਨੀ ਕਿ ਜਿਹੜੀ ਸਿਹਤ ਸਹੀ ਆ ਉਹਦੇ ਕੋਲ ਮੇਰੇ ਖਿਆਲ ਸਭ ਤੋਂ ਵੱਡੀ ਸੰਪत्ति ਉਹਦੀ ਆਪਣੀ ਜ਼ਿੰਦਗੀ ਦੀ ਇਹੀ ਹੈ ਕਿ ਉਹ ਸਹੀ ਆ। ਕਈ ਵਾਰੀ ਸਾਡੀ ਸਿਹਤ ਖਰਾਬ ਹੋ ਜਾਵੇ ਜਾਂ ਸਰੀਰ ਦੇ ਨਾਲ, ਕਹਿੰਦਾ ਮਤਲਬ ਕਿ ਜਿੱਥੇ ਸਰੀਰ ਆ ਉਹਦੇ ਨਾਲ ਬਹੁਤ ਸਾਰੀਆਂ ਕੁਛ ਐਸੀਆਂ ਪ੍ਰੋਬਲਮ ਵੀ ਜੁੜੀਆਂ ਰਹਿੰਦੀਆਂ ਹੈਗੀਆਂ। ਔਰ ਤਕਰੀਬਨ ਜਦੋਂ ਡਾਕਟਰ ਸਾਹਿਬ ਕੋਲ ਜਾਓ ਤਾਂ ਉਹ ਬੰਦ ਕਰ ਦੇਣਗੇ, ਆ ਨਹੀਂ ਖਾਣਾ ਉਹ ਨਹੀਂ ਖਾਣਾ। ਤੇ ਬੰਦਾ ਸੋਚਦਾ ਹੁਣ ਖਾਈਏ ਤਾਂ ਕੀ ਖਾਈਏ, ਕਿਉਂਕਿ ਜਿਹੜੀ ਸਾਡੀ ਜਿੱਦੋ ਜਹਿਦ ਦੀ ਜ਼ਿੰਦਗੀ ਹੈਗੀ ਆ, ਅਸੀਂ ਰਨ ਕਰ ਰਹੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ। ਟੈਨਸ਼ਨਾਂ ਨੇ, ਡਿਪਰੈਸ਼ਨ ਆ, ਉਹਦੇ ਵਿੱਚ ਕਦੇ ਬਲੱਡ ਪ੍ਰੈਸ਼ਰ ਹਾਈ ਹੋ ਰਿਹਾ ਹੈਗਾ, ਕਦੇ ਸ਼ੂਗਰ ਵੱਧ ਗਈ ਹੈ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਕਦੇ ਨੋਟ ਨਹੀਂ ਕਰਦੇ, ਸਾਨੂੰ ਦੇਖਣ ਨੂੰ ਆਉਂਦੀਆਂ ਹੈਗੀਆਂ। ਔਰ ਪਿਛਲੇ ਹਫ਼ਤੇ ਦੇ ਵਿੱਚ ਅਸੀਂ ਡਾਕਟਰ ਆਰ ਕੁਮਾਰ ਦੇ ਨਾਲ ਗੱਲ ਕੀਤੀ ਸੀਗੀ, ਤੇ ਅੱਜ ਵੀ ਆਪਾਂ ਉਹਨਾਂ ਦੇ ਕੋਲ ਆਏ ਹੈਗੇ ਆ। ਔਰ ਅੱਜ ਆਪਾਂ ਖਾਸ ਤੌਰ 'ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਇਹਦਾ ਇਲਾਜ ਆਯੁਰਵੈਦਿਕ ਦੇ ਨਾਲ, ਯਾਨੀ ਕਿ ਦੇਸੀ ਦਵਾਈਆਂ ਦੇ ਨਾਲ ਕੀ ਹੋ ਸਕਦਾ ਹੈਗਾ। ਡਾਕਟਰ ਸਾਹਿਬ, ਤੁਹਾਡਾ ਇੱਕ ਵਾਰ ਫੇਰ ਜਸ ਪੰਜਾਬੀ ਦੇ ਨਿੱਘਾ ਸਵਾਗਤ ਹੈ। ਥੈਂਕ ਯੂ। ਪਿਆਰੇ ਦਰਸ਼ਕੋ, ਸਾਰਾ ਦਿਨ ਮਰੀਜ਼ ਤਾਂ ਦੇਖੀਦੇ ਆ, ਭਾਵੇਂ ਕੌਨਸਟੀਪੇਸ਼ਨ ਦੇ ਆ, ਡਾਈਜੈਸਟਿਵ ਪ੍ਰੋਬਲਮ ਦੇ ਆ, ਬਲੱਡ ਪ੍ਰੈਸ਼ਰ ਦੇ ਆ, ਸ਼ੂਗਰ ਦੇ ਆ, ਓਬੈਸਿਟੀ ਦੇ ਆ, ਮੋਟਾਪੇ ਦੇ ਆ, ਕੋਲੈਸਟਰੋਲ ਦੇ ਆ। ਪਰ ਦੀਪਕ ਜੀ ਨੇ ਬੜਾ ਅੱਛਾ ਸਵਾਲ ਪੁੱਛਿਆ ਕਿ ਬਲੱਡ ਪ੍ਰੈਸ਼ਰ ਐਕਚੁਅਲੀ ਹੈ ਕੀ ਚੀਜ਼ ਆ ਔਰ ਇਹਨੂੰ ਕਿਸ ਤਰ੍ਹਾਂ ਅਸੀਂ ਇਹਦੇ ਤੋਂ ਛੁਟਕਾਰਾ ਪਾ ਸਕਦੇ ਹਾਂ। ਤੁਹਾਨੂੰ ਬੜੀ ਖੁਸ਼ੀ ਹੋਏਗੀ ਇਹ ਜਾਣ ਕੇ ਕਿ ਦੇਸੀ ਦਵਾਈਆਂ ਦੇ ਨਾਲ ਬਲੱਡ ਪ੍ਰੈਸ਼ਰ ਅਸੀਂ ਪਰਮਾਨੈਂਟ ਠੀਕ ਕਰਦੇ ਹਾਂ। ਬਲੱਡ ਪ੍ਰੈਸ਼ਰ ਐਕਚੁਅਲੀ ਇਹਦੇ ਕਈ ਕਾਰਨ ਨੇ। ਕਾਰਨ ਇਹਦੇ 'ਚ ਮੋਟਾਪਾ ਵੀ ਹੈ, ਡਰਿੰਕ ਜ਼ਿਆਦਾ ਕਰਨ ਨਾਲ ਵੀ ਹੋ ਜਾਂਦਾ, ਸਾਲਟ ਜ਼ਿਆਦਾ ਲੈਣ ਵੀ ਹੁੰਦਾ, ਫਿਜ਼ੀਓਲੋਜੀਕਲ ਕਈ ਕਾਰਨ ਨੇ, ਸਾਈਕੋਲੋਜੀਕਲ ਕਈ ਕਾਰਨ ਨੇ, ਇਨਹੈਰੀਟੈਂਸ ਦੇ ਵਿੱਚ ਵੀ ਹੋ ਜਾਂਦੀ ਹੈ। ਔਰ ਅੱਗੋਂ ਉਹਨਾਂ ਦੇ ਨਾਲ ਸਿੰਪਟਮਸ ਵੀ ਕਈ ਤਰ੍ਹਾਂ ਦੇ ਨੇ। ਹੋਏਗਾ ਕਿ ਸਾਹ ਚੜ੍ਹਨ ਲੱਗ ਜਾਏਗਾ, ਸਿਰ ਦੁਖਣ ਲੱਗ ਜਾਏਗਾ, ਨੀਂਦ ਨਹੀਂ ਆਏਗੀ, ਸਟ੍ਰੈਸ ਹੋਏਗੀ, ਟੈਨਸ਼ਨ ਹੋਏਗੀ, ਐਂਗਜ਼ਾਇਟੀ ਹੋਏਗੀ, ਮੋਟਾਪਾ ਵੀ ਹੋਣ ਲੱਗ ਜਾਏਗਾ। ਸੋ ਪਿਆਰੇ ਦਰਸ਼ਕੋ, ਇਹਨਾਂ ਦੇ ਵਿੱਚ ਕਈ ਕਾਰਨ ਕਰਕੇ ਅੰਗਰੇਜ਼ੀ ਦਵਾਈਆਂ ਅਸੀਂ ਖਾਂਦੇ ਤਾਂ ਜ਼ਰੂਰ ਹਾਂ, ਦੇਰ ਇਜ਼ ਨੋ ਡਾਊਟ, ਉਹਦੇ ਨਾਲ ਰਿਲੀਫ ਉਸ ਵੇਲੇ ਤਾਂ ਮਿਲ ਜਾਂਦਾ, ਲੇਕਿਨ ਉਹ ਫਿਰ ਸਾਰੀ ਉਮਰ ਅਸੀਂ ਖਾਂਦੇ ਰਹਿੰਦੇ ਹਾਂ। ਤੁਸੀਂ ਇੱਕ ਸ਼ੁਰੂ ਕਰਦੇ ਹੋ ਔਰ ਉਹ ਸਾਰੀ ਉਮਰ ਦਵਾਈ ਵੱਧਦੀ ਜਾਂਦੀ ਹੈ। ਸਿੰਪਟਮਸ ਵੀ ਦੱਸਾਂਗੇ ਤੁਹਾਨੂੰ, ਉਹਦੇ ਕਾਰਨ ਵੀ ਦੱਸਾਂਗੇ। ਕਾਰਨ ਜਿੱਦਾਂ ਮੈਂ ਤੁਹਾਨੂੰ ਦੱਸਿਆ ਫਿਜ਼ੀਓਲੋਜੀਕਲ ਹੈ, ਇਸੇ ਤਰ੍ਹਾਂ ਹੀ ਸਾਈਕੋਸੋਮੈਟਿਕ ਹੈ, ਹਾਰਟ ਪ੍ਰੋਬਲਮਸ ਕਰਕੇ ਵੀ ਹੈ, ਕਿਡਨੀ ਪ੍ਰੋਬਲਮਸ ਕਰਕੇ ਵੀ ਹੋ ਜਾਂਦੇ ਹੈ, ਜੇ ਖਾਨਦਾਨ 'ਚ ਹੋਵੇ ਤਾਂ ਵੀ ਹੈ। ਔਰ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਜਦੋਂ ਆਪਾਂ ਖਾਂਦੇ ਹਾਂ, ਸਪੋਜ਼ ਕਰੋ ਤੁਸੀਂ ਐਟੀਨੋਲ ਖਾ ਰਹੇ ਹੋ 50 ਮਿਲੀਗ੍ਰਾਮ, ਐਮਲੋਡਿਪਿਨ ਹਾਈਡਰੋਕਲਾਈਡ ਖਾ ਰਹੇ ਹੋ, ਦੇਰ ਇਜ਼ ਨੋ ਡਾਊਟ ਤੁਹਾਨੂੰ ਇਮੀਡੀਏਟ ਰਿਲੀਫ ਮਿਲਦਾ। ਲੇਕਿਨ ਵਾਂਸ ਯੂ ਸਟਾਰਟ ਇਟ, ਉਹ ਸਾਰੀ ਉਮਰ ਖਾਂਦੇ ਰਹੋਗੇ। ਪਲੱਸ ਉਹਦੇ ਨਾਲ ਸਾਈਡ ਇਫੈਕਟ ਬਹੁਤ ਹੁੰਦੇ ਆ। ਕਿਡਨੀ ਪ੍ਰੋਬਲਮਸ ਕਾਫੀ ਹੈ, ਹਾਰਟ ਫੇਲ ਹੋ ਜਾਂਦਾ ਕਿਡਨੀ ਦੇ। ਜਿਸ ਤਰ੍ਹਾਂ ਵੀ ਅਸੀਂ ਜਦੋਂ ਸ਼ੁਰੂ ਕਰਨੀ ਹੈ ਦਵਾਈ, ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਂਦਾ ਕਿ ਇਹ ਜੇ ਬਲੱਡ ਪ੍ਰੈਸ਼ਰ ਹੈ ਤਾਂ ਹੈ ਕਿਉਂ ਹੈ, ਇਹਦਾ ਕਾਰਨ ਕੀ ਹੈ। ਇਹ ਫੈਮਿਲੀ 'ਚ ਹੈ, ਇਨਹੈਰੀਟੈਂਸ ਕਰਕੇ ਹੈ, ਜੈਨੇਟਿਕ ਫੈਕਟਰ ਹੈ, ਜਾਂ ਬਹੁਤ ਜ਼ਿਆਦਾ ਤੁਸੀਂ ਨਮਕ ਖਾ ਰਹੇ ਹੋ, ਜਾਂ ਤੁਸੀਂ ਬਹੁਤ ਜ਼ਿਆਦਾ ਘਿਓ ਖਾ ਰਹੇ ਹੋ, ਜਾਂ ਕੋਈ ਸਟ੍ਰੈਸ ਕਿਸੇ ਕਿਸਮ ਦੀ ਹੈ। ਸਟ੍ਰੈਸ ਦੇ ਕਈ ਕਾਰਨ ਨੇ। ਫੈਮਿਲੀ 'ਚ ਹੈ, ਹਸਬੈਂਡ ਵਾਈਫ ਦੀ ਆਪਸ ਪ੍ਰੋਬਲਮ, ਮਾਰਸ਼ਲ ਸਟੇਟਸ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਕਈ ਵਾਰੀ ਹਾਰਟ ਦੀ ਪ੍ਰੋਬਲਮ ਕਰਕੇ ਹੋ ਜਾਂਦੀ, ਕਈ ਵਾਰੀ ਬਹੁਤ ਜ਼ਿਆਦਾ ਸ਼ਰਾਬ ਪੀਣ ਦੇ ਨਾਲ ਵੀ। So there are so many reasons. So viewers, I will like to tell you what is hypertension. Actually, hypertension is nothing else but it is an increased arterial blood pressure in the body. What is arterial? That means there is a pump. This is heart is supplying the blood to all over the body through the dorsal aorta, through the arteries. Arteries are deep seated, and veins you can see. Veins, these are the veins, these are carrying the impure blood to the heart for the oxygenation, for the purification. Lungs supply the oxygen to purify the blood to the heart, and the same blood is coming back to each and every part of the body through the arteries, which you can't see. Those arteries are deep seated. And medically what we say, there is an increased pressure in the arteries. Like I can say in Punjabi, you can say, ਜਿਸ ਤਰ੍ਹਾਂ ਪਾਣੀ ਦੀਆਂ ਨਾੜੀਆਂ ਦੇ ਵਿੱਚ ਪਾਣੀ ਜਾ ਰਿਹਾ ਤੇ ਪਿੱਛੇ ਪੰਪ ਹੈ, ਪੰਪ ਦੇ ਵਿੱਚੋਂ ਪ੍ਰੈਸ਼ਰ ਵੱਧਦਾ, ਪਾਣੀ ਦੀ ਨਾੜੀ ਫਟ ਜਾਂਦੀ ਹੈ। The same way, heart is a pump which is a major organ supplying the blood to all parts of the body, and once there is a pressure increase in the heart, the blood vessel can rupture, and you are lucky if the blood vessel rupture anywhere else, not in the brain. Once there is a cerebral hemorrhage, there is no cure, there is a death. That is why
And one more, I would like to say, what are the symptoms? Symptoms, you can see maybe heart problems, maybe kidney problems, maybe headache, maybe bleeding, severe bleeding sometimes in the nose, or sometimes even in the eyes, breathing problems, kidney problem, retention urine. These are mainly the sign and symptoms. But sometimes you are hypertensive and you don't know, because the symptoms are inside, but sometimes they are not visible. That's why hypertension is also called silent killer. Why it is called silent killer? Maybe it is a genetic factor, maybe it is in the family, but you don't know the symptoms. You will come to know only when you feel the symptoms. That's why sometimes all of a sudden you are driving, you have no idea when it bursts. And suppose there is a nasal bleeding, you will be lucky that you can say that there is no cerebral hemorrhage, the blood comes out through the nose, that at least you survived. And what other causes? Like I told you, in the inheritance, in the family, lot of salt you should be avoid. Mainly precautions, you should take salt and fat restricted diet, because sodium causes the retention of the fluids. You can take potassium, you can take calcium, you can take magnesium, you can take vitamin D. These are the natural vitamins I'm telling you, which you can do at your own. But main thing is the herbal therapy. Those natural ingredients, there are so many botanical names. If you want, I can tell you on the TV, like Videnia somnifera, Bacopa moneri, Tribulus terrestris, Mucuna pruriens. So these kind of the herbs, sometimes we blend those formulas depending on the sign and symptoms of the patient. We have to decide what is the root cause of this hypertension. But I will like to tell you, once you start those modern medicine, you can never get rid of the hypertension. Viewers, please watch it. And I challenge it. And you can tell me, any patient taking all those anti-hypertensive medicines for the 10 years, 20 years, 30 years, is there anyone who is getting rid of that? The day by day, the dose is increasing. You can start 50 milligram. It will come to 100 milligram. From one medicine, you will take another one. Sometimes people think that because the insurance we are getting the free medicines, but they never think that we are killing ourselves. Why? Because that there is a damage in the kidney. There is a damage in the liver. Liver is the biggest filter. Kidney is the second filter. We have to control by those herbal formulas. We detoxify the liver and the kidney both. ਪਿਆਰੇ ਦਰਸ਼ਕੋ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਤੁਹਾਡੇ ਆਪਣੇ ਹੱਥ 'ਚ ਹੈ। ਤੁਸੀਂ ਬੇਸ਼ੱਕ ਐਕਸਰਸਾਈਜ਼ ਕਰੋ, ਯੋਗਾ ਕਰੋ, ਪ੍ਰਾਣਾਯਾਮ ਕਰੋ, ਮੈਡੀਟੇਸ਼ਨ ਕਰੋ, ਨਮਕ ਘਿਓ ਬੰਦ ਕਰ ਦਿਓ। ਸਭ ਤੋਂ ਵੱਡੀ ਗੱਲ ਹੈ, ਪਹਿਲਾਂ ਨਮਕ ਤੇ ਘਿਓ ਨੂੰ ਬੰਦ ਕਰਨਾ ਪਏਗਾ। ਜਿੰਨੀ ਦੇਰ ਸੋਡੀਅਮ ਬੰਦ ਨਹੀਂ ਕਰੋਗੇ ਉਨੀ ਦੇਰ ਕੋਈ ਫਾਇਦਾ ਨਹੀਂ। ਪੋਟਾਸ਼ੀਅਮ ਤੁਸੀਂ ਬੇਸ਼ੱਕ ਬਨਾਨਾ ਲਓ, ਸਪਲੀਮੈਂਟ ਜਿਹੜੇ ਤੁਸੀਂ ਮੈਂ ਦੱਸਦਾ ਪੰਜਾਬੀ ਦੇ ਵਿੱਚ ਵੀ, ਉਹਦਾ ਰੀਜ਼ਨ ਇਹ ਹੈ ਕਿ ਸਮ ਆਫ ਦਾ ਥਿੰਗਸ ਯੂ ਕੈਨ ਡੂ ਐਟ ਯੂਰ ਓਨ। ਲਸਣ ਲਓ, garlic law, lecithin law, ginger tea law. In spite of coffee, you can take ginger tea. Herbal tea law. दूसरी, शराब बंद करो, नमक बंद करो, घ्यो बंद करो, तलिया मिलिया बंद करो, चिंता फिकर छड़ दो। चिंता चिखा बराबर है। There is no doubt some of times because of the tension, maybe it's a family inheritance, maybe it is because the husband-wife problem, or everybody has some kind of stress. Those messages are existing in the brain. Those nerves are getting those messages, causing the hypertension. That's why sometimes the blood vessel is ruptured. That's why there is a bleeding. And if the bleeding is through the nose, you survive because there is no cerebral hemorrhage. And once there is a cerebral hemorrhage, what is cerebral hemorrhage? Cerebral hemorrhage means that the hemorrhage is in the brain. That is the most risky. Like Deepak ji asked me this question today about the hypertension. No doubt we are daily dealing with the diabetic patients, cholesterol patients, hypertensive patients, constipation, kidney problems. But there is no doubt in this country, like I can tell you, according to the exact figures, I forgot, I think millions of the patients are dying in the hospitals only because of the hypertension, because they are taking all those anti-hypertensive drugs for years and years, increasing the doses, suffering from the side effects. But you people are so lucky that you are getting the herbal therapy, the natural therapy, which cures permanently. Sometimes you respond very quickly. Why? Because if you are not taking those medicines, you didn't start those medicines, you come right in time, and if it is there is no inheritance, plus you take precautions also, like prevention is always better than cure. So you get rid of them. I have seen those patients which respond within few weeks, and you don't have to continue that.
Luckily or unluckily, I will definitely like to tell you on Just Punjabi show that thank God that I'm getting very good response. All those antihypertensives I'm dealing these days. ਪਿਆਰੇ ਦਰਸ਼ਕੋ, ਜਸ ਪੰਜਾਬੀ ਦਾ ਸ਼ੁਕਰ ਕਰੋ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ, ਮੇਰੇ ਪੰਜਾਬੀ ਭਰਾਵਾਂ ਨਾਲ ਮਿਲਾਇਆ, ਔਰ ਜੇ ਮੈਨੂੰ ਇਸ ਸੇਵਾ ਦਾ ਮੌਕਾ ਦਿੱਤਾ ਗਿਆ, ਔਰ ਮੈਂ ਬੜੇ ਫਖਰ ਨਾਲ ਕਹਾਂਗਾ ਕਿ ਐਂਟੀ ਹਾਈਪਰਟੈਂਸਿਵ ਬਲੱਡ ਪ੍ਰੈਸ਼ਰ ਦੀ ਬਿਮਾਰੀ ਭਾਵੇਂ